ਕਿਸੇ ਇੱਕ ਦੇ ਕੀਤੇ ਦੋਸ਼ 'ਚ ਦੂਜੇ ਨੂੰ ਫੜਨਾ ਕੋਈ ਯੋਗ ਤੇ ਚੰਗੀ ਗੱਲ ਨਹੀਂ ਹੈ। ਜਿਸ ਦਾ ਦੋਸ਼ ਹੋਵੇ ਉਸੇ ਨੂੰ ਸਜ਼ਾ ਦਿੱਤੀ ਜਾਵੇ, ਕਿਉਂਕਿ ਕਰੇ ਕੋਈ ਭਰੇ ਕੋਈ, ਇਹ ਗੱਲ ਨਿਆਂਪੂਰਵਕ ਨਹੀਂ ਕਹੀ ਜਾ ਸਕਦੀ। ਸੂਬਾ ਸਰਹੰਦ ਨੇ ਅਗਰ ਜ਼ੁਲਮ ਕੀਤਾ ਤਾਂ ਜ਼ਾਲਮ ਹੈ, ਉਸ ਦੇ ਜ਼ੁਲਮ ਨੂੰ ਮੁਸਲਮਾਨਾਂ ਨਾਲ ਜਾਂ ਇਸਲਾਮ ਕੌਮ ਨਾਲ ਜੋੜ ਕੇ ਨਹੀਂ ਦਿਖੇਗਾ। ਕਈ ਲੋਕਾਂ ਦਾ ਇਹ ਵਿਚਾਰ ਹੈ ਕਿ ਉਹਨਾਂ ਦੀਆਂ ਜਿਹੜੀਆਂ ਜੰਗਾਂ ਸੀ ਸਮੇਂ ਦੀ ਹਕੂਮਤ ਦੇ ਵਿਰੁੱਧ ਸੀਆਂ, ਪਰ ਸਿੱਖ ਇਤਿਹਾਸ ਦੱਸਦਾ ਹੈ ਕਿ ਸਮੇਂ ਦੀ ਹਕੂਮਤ ਦਾ ਗੁਰੂ ਸਾਹਿਬ ਨਾਲ ਜਾਂ ਗੁਰੂ ਸਾਹਿਬ ਦਾ ਸਮੇਂ ਦੀ ਹਕੂਮਤ ਨਾਲ ਕੋਈ ਸਿੱਧਾ ਝਗੜਾ ਨਹੀਂ ਸੀ, ਬਲਕਿ ਉਸ ਸਮੇਂ ਦੀ ਹਕੂਮਤ ਤੋਂ ਪਹਾੜੀ ਰਾਜਿਆਂ ਨੇ ਸਹਾਇਤਾ ਲਈ ਸੀ। ਅੱਛਾ। ਤੇ ਇਸ ਲਈ ਜਿਹੜੀਆਂ 13 ਲੜਾਈਆਂ ਨੇ ਉਹ ਗੁਰੂ ਸਾਹਿਬ ਦੀਆਂ ਪਹਾੜੀ ਰਾਜਿਆਂ ਨਾਲ ਨੇ। 14ਵੀਂ ਲੜਾਈ ਸੂਬੇ ਸਰਹੰਦ ਨਾਲ ਡਾਇਰੈਕਟ ਹੋਈ ਸੀ, ਔਰ ਇਹ ਜਿਹੜੀਆਂ ਲੜਾਈਆਂ ਸੀ ਗੁਰੂ ਸਾਹਿਬ ਨੇ ਨਹੀਂ ਸ਼ੁਰੂ ਕੀਤੀ ਦੀਆਂ, ਇਹ ਲੜਾਈਆਂ ਵੀ ਹਿੰਦੂ ਪਹਾੜੀ ਰਾਜਿਆਂ ਵੱਲੋਂ ਹੀ ਸ਼ੁਰੂ ਕੀਤੀਆਂ ਗਈਆਂ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਦਸੰਬਰ ਦਾ ਮਹੀਨਾ ਹੈ ਤੇ ਦਸੰਬਰ ਦੇ ਮਹੀਨੇ ਵਿੱਚ ਸਾਕਾ ਸਰਹੰਦ ਨੂੰ ਹਰ ਕੋਈ ਨਮਨ ਕਰਦਾ ਹੈ। ਅਸੀਂ ਪਹੁੰਚੇ ਹਾਂ ਮਾਲੇਰਕੋਟਲਾ, ਜਿੱਥੇ ਡਾਕਟਰ ਨਸੀਰ ਅਖਤਰ ਕੁਝ ਅਜਿਹੀਆਂ ਸੱਚਾਈਆਂ ਤੋਂ ਪਰਦਾ ਚੁੱਕਣ ਜਾ ਰਹੇ ਨੇ ਕਿ ਉਸ ਸਾਕੇ ਦੇ ਪਿਛੋਕੜ ਦਾ ਤੇ ਅੱਜ ਦੇ ਦੌਰ ਦੇ ਵਿੱਚ ਮੁਸਲਿਮ ਸਿੱਖ ਭਾਈਚਾਰੇ ਦੀ ਏਕਤਾ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੁੰਦਾ ਹੈ। ਉਸ ਵੇਲੇ ਕੀ ਕੁਝ ਵਾਪਰਿਆ, ਉਸ ਦੇ ਕੁਝ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੀ ਉਹਨਾਂ ਨੇ ਅਧਿਐਨ ਕੀਤਾ, ਕੀ ਲਿਖਤਾਂ ਵਿੱਚ ਲਿਖਿਆ ਗਿਆ ਹੈ। ਪਹਾੜੀ ਰਾਜਿਆਂ ਦਾ ਉਸ ਵੇਲੇ ਕਿੰਨਾ ਕਰੋ ਰੋਲ ਸੀ, ਜਾਂ ਫਿਰ ਮੁਗਲ ਸਾਮਰਾਜ ਦੀ ਗੱਲ ਕਰੀਏ ਜਾਂ ਫਿਰ ਇਸਲਾਮ ਦੀ ਗੱਲ ਕਰੀਏ, ਆਖਿਰ ਉਸ ਸ਼ਹੀਦੇ ਦੇ ਲਈ, ਉਸ ਸਾਕੇ ਦੇ ਲਈ ਜ਼ਿੰਮੇਵਾਰ ਕੌਣ ਸੀ। ਲਓ ਜੀ, ਤੁਹਾਨੂੰ ਲੈ ਕੇ ਚੱਲਦੇ ਹਾਂ ਮਾਲੇਰਕੋਟਲਾ ਤੋਂ ਡਾਕਟਰ ਨਸੀਰ ਅਖਤਰ ਹੁਣਾਂ ਦੇ ਕੋਲ। ਦਸਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਗਰ ਅਸੀਂ ਜੀਵਨ ਤੇ ਝਾਤ ਮਾਰਦੇ ਹਾਂ ਤਾਂ ਸਿੱਖ ਇਤਿਹਾਸਕਾਰ ਦੱਸਦੇ ਨੇ, ਭਾਈ ਸਰਬਜੀਤ ਸਿੰਘ ਘੁਮਾਨ ਅੰਮ੍ਰਿਤਸਰ ਤੋਂ ਨੇ, ਉਹਨਾਂ ਦਾ ਲੇਖ ਛਪਿਆ ਸੀ ਪਹਿਰੇਦਾਰ ਅਖਬਾਰ 'ਚ, ਤੇ ਦੂਸਰੇ ਨੇ ਪ੍ਰਿੰਸੀਪਲ ਤਰਸੀਕਾ ਸਾਹਿਬ, ਕਿ ਉਹਨਾਂ ਨੇ ਆਪਣੇ ਜੀਵਨ 'ਚ 14 ਜੰਗਾਂ ਲੜੀਆਂ ਨੇ। ਕਈ ਲੋਕਾਂ ਦਾ ਇਹ ਵਿਚਾਰ ਹੈ ਕਿ ਉਹਨਾਂ ਦੀਆਂ ਜਿਹੜੀਆਂ ਜੰਗਾਂ ਸੀ ਸਮੇਂ ਦੀ ਹਕੂਮਤ ਦੇ ਵਿਰੁੱਧ ਸੀਆਂ, ਪਰ ਸਿੱਖ ਇਤਿਹਾਸ ਦੱਸਦਾ ਹੈ ਕਿ ਸਮੇਂ ਦੀ ਹਕੂਮਤ ਦਾ ਗੁਰੂ ਸਾਹਿਬ ਨਾਲ ਜਾਂ ਗੁਰੂ ਸਾਹਿਬ ਦਾ ਸਮੇਂ ਦੀ ਹਕੂਮਤ ਨਾਲ ਕੋਈ ਸਿੱਧਾ ਝਗੜਾ ਨਹੀਂ ਸੀ, ਬਲਕਿ ਉਸ ਸਮੇਂ ਦੀ ਹਕੂਮਤ ਤੋਂ ਪਹਾੜੀ ਰਾਜਿਆਂ ਨੇ ਸਹਾਇਤਾ ਲਈ ਸੀ। ਅੱਛਾ। ਜਿਹਾ ਕਿ ਪ੍ਰਸਿੱਧ ਹਿੰਦੂ ਵਿਦਵਾਨ ਮਹਾਸ਼ਾ ਸੰਤ ਰਾਮ ਜੀ ਅਸ਼ੁਫਤਾ ਲਿਖਦੇ ਨੇ। किताब है हिंदू जाति और सिख गुरु, पन्ना नंबर है 7 से 8 जी। जितने वाक़यात हैं और उनको श्री गुरु गोविंद सिंह जी की ज़िंदगी के साथ ताल्लुक़ है, संबंध है, उन सब में हिंदू पहाड़ी राजाओं के साथ जोर आजमाई पाई जाती है। अच्छा। गुरु साहब की तमाम उम्र हिंदू पहाड़ी राजाओं के साथ जंग में सर्फ हुई, जंग में गुजरी। अच्छा। ये मैं नहीं कह रहा कि हिंदू विद्वान कह रहे हैं जी। एक सिख विद्वान होए ने ਸੁਰਿੰਦਰ ਸਿੰਘ ਜੀ ਗਿੱਲ, ਉਹਨਾਂ ਦਾ ਲੇਖ ਛਪਿਆ ਸੀ ਅਜੀਤ ਅਖਬਾਰ ਜਲੰਧਰ 19 ਜਨਵਰੀ 1975, ਅਕਾਲੀ ਪੱਤਰਕਾਰ ਜਲੰਧਰ 19 ਜਨਵਰੀ 1975। ਆਖਿਆ ਜਾਂਦਾ ਹੈ ਕਿ ਮਹਾਰਾਜ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੀ ਹਕੂਮਤ ਦੇ ਵਿਰੁੱਧ ਸਨ। ਇਹ ਗਲਤ ਹੈ। ਮਹਾਰਾਜ ਸਮੇਂ ਦੀ ਹਕੂਮਤ ਦੇ ਵਿਰੁੱਧ ਨਹੀਂ ਸਨ। ਇਹ ਕਹਿਣਾ ਕਿ ਗੁਰੂ ਸਾਹਿਬ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਸਨ, ਪਹਿਲੇ ਝੂਠ ਨਾਲੋਂ ਵੀ ਵੱਡਾ ਝੂਠ ਹੈ। ਯਾਨੀ ਕਿ ਪਹਿਲਾਂ ਵੀ ਝੂਠ ਹੈ, ਇਹ ਵੀ ਝੂਠ ਹੈ। ਤੇ ਗੁਰੂ ਸਾਹਿਬ ਦੀ ਜਿਹੜੀ ਲੜਾਈਆਂ ਸੀਆਂ, ਇਤਿਹਾਸ ਦੱਸਦਾ ਵੀ ਉਹ 14 ਲੜਾਈਆਂ ਵਿੱਚੋਂ 13 ਲੜਾਈਆਂ ਹਿੰਦੂ ਪਹਾੜੀ ਰਾਜਾਂ ਦੇ ਖਿਲਾਫ ਸੀਆਂ, ਤੇ 14ਵੀਂ ਲੜਾਈ ਜਿਹੜੀ ਮੁਕਤਸਰ ਦੀ ਲੜਾਈ ਸੀ, ਜਦੋਂ ਗੁਰੂ ਸਾਹਿਬ ਨੇ ਜਫਰਨਾਮਾ ਲਿਖਿਆ ਸੀ ਔਰੰਗਜ਼ੇਬ ਨੂੰ, ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਕਿਹਾ ਸੀ ਵੀ ਤੁਸੀਂ ਮੈਨੂੰ ਦੱਕਣ ਆ ਕੇ ਮਿਲੋ, ਤੇ ਤੁਹਾਡੇ ਵਿਰੁੱਧ ਜੋ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਉਹਨਾਂ ਦੇ ਖਿਲਾਫ ਤੁਸੀਂ ਆਪ ਹੀ ਯੋਗ ਦੰਡ ਤਜਵੀਜ਼ ਕਰੋ। ਉਸ ਤੋਂ ਬਾਅਦ ਗੁਰੂ ਸਾਹਿਬ ਔਰੰਗਜ਼ੇਬ ਨਾਲ ਮਿਲਣ ਲਈ ਜਾ ਰਹੇ ਸੀ, ਤੇ ਸੂਬਾ ਕਿਉਂਕਿ ਉਹਨੇ ਇਹ ਧਰੋ ਆਪ ਕਮਾਇਆ ਸੀ, ਪਹਾੜੀ ਰਾਜਿਆਂ ਦੇ ਪਿੱਛੇ ਲੱਗ ਕੇ, ਇਸ ਲਈ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਤੇ ਇਸ ਲਈ ਜਿਹੜੀਆਂ 13 ਲੜਾਈਆਂ ਨੇ ਉਹ ਗੁਰੂ ਸਾਹਿਬ ਦੀਆਂ ਪਹਾੜੀ ਰਾਜਿਆਂ ਨਾਲ ਨੇ। 14ਵੀਂ ਲੜਾਈ ਸੂਬੇ ਸਰਹੰਦ ਨਾਲ ਡਾਇਰੈਕਟ ਹੋਈ ਸੀ, ਔਰ ਇਹ ਜਿਹੜੀਆਂ ਲੜਾਈਆਂ ਸੀ ਗੁਰੂ ਸਾਹਿਬ ਨੇ ਨਹੀਂ ਸ਼ੁਰੂ ਕੀਤੀ ਦੀਆਂ, ਇਹ ਲੜਾਈਆਂ ਵੀ ਹਿੰਦੂ ਪਹਾੜੀ ਰਾਜਿਆਂ ਵੱਲੋਂ ਹੀ ਸ਼ੁਰੂ ਕੀਤੀਆਂ ਗਈਆਂ ਸੀ। ਨਹੀਂ, ਉਹਦੀ ਵਜ੍ਹਾ ਕੀ ਸੀ ਕਿ ਜਿਹੜੇ ਇਹ ਪਹਾੜੀ ਰਾਜੇ ਨੇ, ਜਿਵੇਂ ਕਿਹਾ ਜਾ ਰਿਹਾ ਵੀ ਹਿੰਦੂ ਸਨ, ਉਹ ਸਾਰੇ ਹਿੰਦੂ ਧਰਮ ਨਾਲ ਸੰਬੰਧਿਤ ਸਨ, ਕਿਉਂਕਿ ਹਿੰਦੂ ਧਰਮ ਦੇ ਵਿੱਚ ਬੜੇ ਚੰਗੇ ਧਰਮਾਤਮਾ ਮਹਾਤਮਾ ਵੀ ਹੋਏ ਨੇ, ਜਿਨ੍ਹਾਂ ਨੇ ਸਿੱਖ ਕੌਮ ਦੇ ਵਿੱਚ ਖਾਸ ਕਰਕੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਵਿੱਚ ਵੀ ਬੜਾ ਵੱਡਾ ਯੋਗਦਾਨ ਹੈ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜੇਕਰ ਮੁਸਲਿਮ ਉਹਨਾਂ ਦੇ ਕਹਿ ਲਈਏ ਉਹਨਾਂ ਦੇ ਚੇਲੇ ਸਨ, ਜਾਂ ਕਹਿ ਲਈਏ ਉਹਨਾਂ ਨੂੰ ਪਿਆਰ ਕਰਨ ਵਾਲੇ ਸਨ, ਉਹਨਾਂ ਦੇ ਭਗਤ ਸਨ, ਉਹਨਾਂ ਨੂੰ ਚਾਹੁੰਦੇ ਸਨ, ਤਾਂ ਹਿੰਦੂਆਂ ਦੀ ਵੀ ਬਰਾਬਰ ਗਿਣਤੀ ਸੀ। ਗੱਲ ਇਹ ਨਹੀਂ ਹੈ ਜਿਹੜਾ ਹਾਕਮ ਹੁੰਦਾ ਹੈ ਉਸ ਦੇ ਲਈ ਪਹਿਲਾਂ ਉਹਦੀ ਹਕੂਮਤ ਹੁੰਦੀ ਹੈ, ਧਰਮ ਮਗਰੋਂ ਹੁੰਦਾ ਜੀ। ਬਲਕਿ ਜਿਹੜੇ ਹਾਕਮ ਲੋਕ ਨੇ ਉਹ ਤਾਂ
ਆਪਣੇ ਵਿਵਾਦ ਲਈ ਧਰਮ ਦਾ ਇਸਤੇਮਾਲ ਕਰਦੇ ਰਹੇ ਨੇ ਤੇ ਅੱਜ ਵੀ ਕਰ ਰਹੇ ਨੇ। ਇਸ ਲਈ ਉਹਨਾਂ ਨੂੰ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ। ਮੈਂ ਇਸ ਕਰਕੇ ਕਿਹਾ ਵੀ ਪਤਾ ਲੱਗੇ ਪਹਾੜੀ ਰਾਜੇ ਕੌਣ ਸਨ, ਕਿਉਂਕਿ ਇੱਕ ਹਾਕਮ ਦੂਸਰੇ ਬੰਦੇ ਦੀ ਵੱਧਦੀ ਹੋਈ ਤਾਕਤ ਨੂੰ ਸਹਿਣ ਨਹੀਂ ਕਰ ਸਕਦਾ, ਪਹਿਲੀ ਗੱਲ। ਦੂਸਰੀ ਗੱਲ, ਜਿਹੜੇ ਗੁਰੂ ਸਾਹਿਬ ਤੇ ਉਹ ਇੱਕ ਦਾ ਉਪਦੇਸ਼ ਦੇ ਰਹੇ ਤੇ ਤੇ ਦੂਸਰੇ ਪਾਸੇ ਅਨੇਕਾਂ ਦੀ ਗੱਲ ਕੀਤੀ ਜਾਂਦੀ ਸੀ। ਇਸ ਕਰਕੇ ਇਹ ਧਰਮ ਦੇ ਅਸੂਲ ਦਾ ਟਕਰਾਓ ਸੀ। ਇਸ ਲਈ ਉਹਨਾਂ ਨੇ ਇਸ ਜੰਗਾਂ ਦੀ ਸ਼ੁਰੂਆਤ ਕੀਤੀ ਸੀ, ਜਿਹਾ ਕਿ ਬਚਿੱਤਰ ਨਾਟਕ ਗੁਰੂ ਸਾਹਿਬ ਆਪ ਫਰਮਾਉਂਦੇ ਨੇ। ਦੂਸਰੀ ਜਗ੍ਹਾ ਹੈਗਾ ਜਫਰਨਾਮਾ ਸਟੀਕ ਪੰਨਾ ਨੰਬਰ 14 ਤੇ ਵੀ ਲਿਖਿਆ। ਫਤਿਹ ਸ਼ਾਹ ਜਿਹੜਾ ਰਾਜਾ ਦੀ ਫਤਿਹ ਸ਼ਾਹ श्रीनगर गढ़वाल ਦਾ ਰਾਜਾ ਆਕਰਨ ਫੌਜ ਲੈ ਕੇ ਗੁਰੂ ਸਾਹਿਬ ਪਰ ਆ ਗਿਆ। ਇਸ ਪ੍ਰਕਾਰ ਪਹਾੜੀ ਰਾਜੇ ਤਾਂ ਸਿੱਖਾਂ ਦੇ ਅਤਿਅੰਤ ਵਿਰੋਧੀ ਹੋ ਗਏ। ਤੇ ਇੱਕ ਕਿਤਾਬ ਹੋਰ ਹੈ ਜੀਵਨ ਕਥਾ ਪੰਨਾ ਨੰਬਰ 85 ਤੇ ਪ੍ਰੋਫੈਸਰ ਕਰਤਾਰ ਸਿੰਘ ਐਮਏ ਲਿਖਦੇ ਨੇ, ਪਹਾੜੀ ਰਾਜੇ ਤਾਂ ਮਜ਼ਹਬੀ ਖਿਆਲਾਂ ਕਰਕੇ ਗੁਰੂ ਜੀ ਦੇ ਮਿਸ਼ਨ ਦੇ ਵਿਰੋਧੀ ਸਨ। ਮੈਂ ਆਪਣੇ ਵੱਲੋਂ ਨਹੀਂ ਕੁਝ ਕਹਿ ਰਿਹਾ, ਲੋਕ ਕਹਿੰਦੇ ਨਾ, ਮੈਂ ਮੇਰੀ ਜਿਹੜੀ ਆਧਾਰ ਹੈ ਉਹ ਸਿੱਖ ਲਿਟਰੇਚਰ ਹੈ। ਸਿੱਖ ਲਿਟਰੇਚਰ ਦੇ ਆਧਾਰ ਤੇ ਮੈਂ ਘਟਨਾਵਾਂ ਪੇਸ਼ ਕਰ ਰਿਹਾ ਜੋ ਸਿੱਖ ਇਤਿਹਾਸਕਾਰਾਂ ਨੇ ਆਪ ਹੀ ਵਰਣਨ ਕੀਤੀਆਂ ਨੇ। ਇਹ ਤਾਂ ਹੋ ਗਿਆ ਇਤਿਹਾਸ ਦੇ ਪੱਖ ਤੋਂ। ਹੁਣ ਆਪਾਂ ਦੇਖਦੇ ਹਾਂ ਵੀ ਗੁਰੂ ਸਾਹਿਬ ਆਪਣੀ ਲੜਾਈਆਂ ਬਾਰੇ ਕੀ ਕਹਿੰਦੇ ਨੇ। ਇਤਿਹਾਸ ਦੱਸਦਾ ਹੈ ਕਿ ਜਦੋਂ 13 ਲੜਾਈਆਂ ਗੁਰੂ ਸਾਹਿਬ ਦੀਆਂ ਹੋ ਗਈਆਂ ਤੇ ਗੁਰੂ ਸਾਹਿਬ ਨੇ 13 ਲੜਾਈਆਂ ਤੋਂ ਬਾਅਦ ਜਫਰਨਾਮਾ ਲਿਖਿਆ ਔਰੰਗਜ਼ੇਬ ਨੂੰ। ਔਰ ਗੁਰੂ ਸਾਹਿਬ ਆਪਣੇ ਜਫਰਨਾਮੇ 'ਚ ਕੀ ਲਿਖਦੇ ਨੇ ਲੜਾਈਆਂ ਬਾਰੇ, ਉਹ ਆਪਾਂ ਦੇਖ ਲੈਂਦੇ ਹਾਂ। ਉਹਨਾਂ ਦਾ ਇੱਕ ਸ਼ੇਰ ਹੈ ਜਫਰਨਾਮੇ ਦਾ ਸ਼ਲੋਕ ਹੈ ਇੱਕ, ਮਨਮ ਕੁਸ਼ਤਨਮ ਕੋਹੀਆ ਪੁਰਫਿਤਨ, ਕਿ ਉਹ ਬੁੱਤ ਪ੍ਰਸਤਨ ਮਨ ਬੁੱਤ ਸ਼ਿਕਨ। ਮਨਮ ਮੇਰੀਆਂ, ਕੁਸ਼ਤਨਮ ਲੜਾਈਆਂ ਨੇ, ਕੋਹੀਆ ਪਹਾੜੀਆਂ ਨਾਲ, ਪੁਰਫਿਤਨ ਜਿਹੜੇ ਕਿ ਫਸਾਦਾਂ ਨਾਲ ਭਰੇ ਹੋਏ ਨੇ। ਮਤਲਬ ਹੈ ਵੀ ਉਹਨਾਂ ਨੇ ਫਸਾਦ ਸ਼ੁਰੂ ਕੀਤੇ ਨੇ। ਇਹ ਗੁਰੂ ਸਾਹਿਬ ਦੱਸਦੇ ਨੇ। ਦੇਖੋ ਤੁਸੀਂ ਇੱਥੇ ਵਿਚਾਰਨ ਵਾਲੀ ਗੱਲ ਇਹ ਹੈ, ਮੈਂ ਲੋਕਾਂ ਨੂੰ ਵੀ ਕਹੂੰਗਾ, ਬੁੱਧੀਜੀਵੀਆਂ ਨੂੰ ਵੀ, ਵਿਦਵਾਨਾਂ ਨੂੰ ਵੀ ਉਹ ਗੱਲ ਨੂੰ ਵਿਚਾਰਨ, ਕਿਉਂਕਿ ਜਦੋਂ ਗੁਰੂ ਸਾਹਿਬ ਦੀ ਫਰਮਾਨ ਆ ਗਿਆ, ਗੁਰੂ ਸਾਹਿਬ ਦਾ ਫਰਮਾਨ ਬਾਣੀ ਹੈ ਤੇ ਜਿਹੜਾ ਬਾਕੀ ਇਤਿਹਾਸਕਾਰਾਂ ਦਾ ਇਤਿਹਾਸ ਹੈ ਉਹ ਕਹਾਣੀ ਹੈ। ਜਦ ਬਾਣੀ ਆ ਜਾਵੇ ਫਿਰ ਕਹਾਣੀ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਠੀਕ ਹੈ ਨਹੀਂ। ਹੁਣ ਗੁਰੂ ਸਾਹਿਬ ਦੇਖੋ ਕੀ ਕਹਿ ਰਹੇ ਨੇ, ਮਨਮ ਕੁਸ਼ਤਨਮ ਕੋਹੀਆ ਪੁਰਫਿਤਨ, ਮੇਰੀਆਂ ਲੜਾਈਆਂ ਹਨ ਪਹਾੜੀਆਂ ਨਾਲ। 13 ਲੜਾਈਆਂ ਤੋਂ ਬਾਅਦ ਕਹਿ ਰਹੇ ਨੇ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਮੇਰੀ ਸਮੇਂ ਦੀ ਗੁਪਤ ਨਾਲ ਲੜਾਈਆਂ ਨੇ। ਔਰ ਲੜਾਈਆਂ ਦਾ ਕਾਰਨ ਵੀ ਦੱਸਣੇ, ਲੜਾਈਆਂ ਕਿਉਂ ਨੇ, ਕਿ ਉਹ ਬੁੱਤ ਪ੍ਰਸਤਨ ਮਨ ਬੁੱਤ ਸ਼ਿਕਨ, ਕਿਉਂਕਿ ਉਹ ਮੂਰਤੀ ਪੂਜਕ ਨੇ ਤੇ ਮੈਂ ਮੂਰਤੀਆਂ ਨੂੰ ਤੋੜਨ ਵਾਲਾ ਹਾਂ, ਭਾਵ ਕਿ ਮੈਂ ਮੂਰਤੀ ਪੂਜਾ ਦਾ ਖੰਡਨ ਕਰਦਾ ਹਾਂ। ਗੁਰਮਤਿ ਸੁਧਾਰਕ ਦੀ ਕਿਤਾਬ ਹੈ ਭਾਈ ਕਾਨ ਸਿੰਘ ਨਾਭਾ ਦੀ, ਉਹਦੇ ਪੰਨਾ ਨੰਬਰ 153 ਤੇ ਭਾਈ ਕਾਨ ਸਿੰਘ ਨਾਭਾ ਗੁਰੂ ਸਾਹਿਬ ਦੇ ਇਸ ਪਵਿੱਤਰ ਵਚਨ ਦਾ, ਵਾਕ ਦਾ व्याख्या करते हुए लिखते हैं कि गुरु साहब ने फरमाया, मैं फसाद से भरे हुए पहाड़ियों को मारने वाला हूँ। क्यों? क्योंकि वो मूर्ति पूजक है और मैं मूर्तियों को तोड़ने वाला हूँ। भाव ये कि मैं मूर्ति पूजा का खंडन करता हूँ। इस कथन से साफ मालूम होता है कि गुरु साहब का पहाड़ी राजाओं के साथ नीति संबंधी सियासी कोई विवाद न था। केवल धर्म के असूल पर विरोध होकर जंग हुआ। केवल धर्म के असूल पर विरोध होकर जंग हुआ। वो धर्म का असूल केड़ा सी? उधर एक दी पूजा का उपदेश थी, इधर अनेक दी पूजा सी। ये थी वो बुनियादी कारण जिहड़ा विश्वास आ, मुढ़ला विश्वास, क्योंकि दुनिया च इंसानी तो बाद जिहड़ी सब तो वड्डी सांझ हुंदी है वो रब दी एकता दी सांझ है। इत्थे टकराओ सी दोनों पासे ते इस जिहड़ियां लड़ाइयां शुरू होईयां धर्म दियां, पहाड़ी राजा ने इन्हां नूं आहिस्ता आहिस्ता समय की हुकूमत ਨਾਲ जोड़ता, क्योंकि समय की हुकूमत बाई चांस उस वे मुगल थे, वो इस्लाम धर्म ਨਾਲ संबंध रखते थे। इस तरह ये लड़ाइयाँ मुसलमानों ਨਾਲ और इस्लाम ਨਾਲ जोड़ ਦਿੱਤੀਆਂ ਗਈਆਂ। ਡਾਕਟਰ ਸਾਹਿਬ, ਬੇਸ਼ੱਕ ਤੁਸੀਂ ਸਿੱਖ ਇਤਿਹਾਸ ਤੋਂ ਹੀ ਸਾਰੀ ਗੱਲਬਾਤ ਜਿਹੜੀ ਹੈ ਧਿਆਨ 'ਚ ਰੱਖ ਕੇ ਗੱਲਬਾਤ ਆਪਣੀ ਅੱਗੇ ਵਧਾ ਰਹੇ ਹੋ। ਜੇਕਰ ਗੱਲ ਕੀਤੀ ਜਾਵੇ ਮੁਸਲਿਮ ਹੁਕਮਰਾਨ ਦੀ, ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਮੁਸਲਿਮ ਹੁਕਮਰਾਨ ਨੇ ਹੀ ਉਹਨਾਂ ਨੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰਵਾਇਆ ਗਿਆ ਸੀ। ਇਸ ਤਰ੍ਹਾਂ ਇਹ ਤਾਂ ਨਹੀਂ ਹੋ ਸਕਦਾ ਕਿ ਇੱਕ ਮੁਸਲਿਮ ਧਰਮ ਨਾਲ ਸੰਬੰਧਿਤ ਜਿਹੜਾ ਹੁਕਮਰਾਨ ਹੈ ਉਹ ਬਚ ਜਾਵੇ। ਜੇ ਤੁਹਾਡੀ ਗੱਲਬਾਤ ਨੂੰ ਆਪਾਂ ਵੇਖੀਏ ਤਾਂ ਉੱਥੋਂ ਇਸ ਤਰ੍ਹਾਂ ਲੱਗਦਾ ਕਿ ਹਿੰਦੂ ਜਿਹੜੇ ਸਨ ਰਾਜੇ, ਉਹਨਾਂ ਦਾ ਹੀ ਸਾਰਾ ਕੁਝ ਸੀ ਇਸ ਦੇ ਪਿੱਛੇ, ਜਿਵੇਂ ਜ਼ਿਆਦਾ ਲੜਾਈਆਂ ਉਹਨਾਂ ਨਾਲ ਹੋਈਆਂ ਨੇ। ਦੇਖੋ, ਮੈਂ ਤੁਹਾਡੇ ਬਹੁਤ ਅੱਛਾ ਸਵਾਲ ਕੀਤਾ ਹੈ। ਮੇਰੀ ਯਾਰ ਤੁਹਾਡੀ ਲੜਾਈ ਹੋ ਪਈ ਕਿਸੇ ਗੱਲ ਪਿੱਛੇ, ਆਪਾਂ ਪੜੋਸੀ ਥੇ ਦੋਵੇਂ, ਤੁਸੀਂ ਸਿੱਖ ਧਰਮ ਨਾਲ ਬਿਲੋਂਗ ਕਰਦੇ ਹੋ, ਮੈਂ ਮੁਸਲਮਾਨ ਕਰਦੇ ਹਾਂ, ਤੇ ਤੁਸੀਂ ਮੇਰੇ ਤੋਂ ਤਾਕਤਵਰ ਥੇ। ਮੈਨੇ ਕੀ ਕੀਤਾ, ਸ਼ਹਿਰ ਦੇ ਦੂਸਰੇ ਸ਼ਹਿਰ ਦੇ ਕਿਸੇ ਜਿਹੜੇ ਸਪਾਰੀ ਕਿਲਰ ਹੁੰਦੇ ਨੇ ਉਹਨਾਂ ਨੂੰ 5 ਲੱਖ ਰੁਪਏ ਦਿੱਤਾ, ਆਪਣੀ ਮਦਦ ਤੇ ਬੁਲਾ ਲਿਆ, ਤੇ ਉਹ ਆਏ, ਉਹਨਾਂ ਨੇ ਤੁਹਾਨੂੰ ਨੁਕਸਾਨ ਪਹੁੰਚਾਇਆ, ਤੁਹਾਨੂੰ ਮਾਰ ਕੁੱਟ ਕੇ ਚਲੇ ਗਏ, ਤਾਂ ਤੁਸੀਂ ਮੁਜਰਮ ਤਾਂ ਮੈਂ ਹੈ ਨਾ, ਉਹ ਤਾਂ ਮੇਰੀ ਸਪੋਰਟ ਤੇ ਆਏ ਨੇ। ਇਸੇ ਤਰ੍ਹਾਂ ਹੀ ਬਿਲਕੁਲ ਜੇ ਤੁਸੀਂ ਦੇਖੋ ਪਹਾੜੀ ਰਾਜਿਆਂ ਦੀ ਲੜਾਈਆਂ ਚੱਲ ਰਹੀਆਂ ਸੀ, ਔਰ ਇਹ ਕਈ ਵਿਦਵਾਨਾਂ ਨੇ ਲਿਖਿਆ। ਇੱਕ ਕਿਤਾਬ ਹੈ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ, 1966 ਛਪੀ थी, ਭਾਈ ਨਰਿੰਦਰ ਸਿੰਘ ਭਲੇਰ ਨੇ ਲਿਖੀ ਸੀ। ਤੇ ਦੂਸਰੀਆਂ ਕਿਤਾਬਾਂ ਨੇ ਕਈ ਜਿਹਦੇ ਵਿੱਚ ਲਿਖਿਆ ਗਿਆ ਇਹ ਸਿੱਖ ਇਤਿਹਾਸਕਾਰਾਂ ਦੀਆਂ।
ਕਿ ਜਦੋਂ ਇਹ ਲੜਾਈਆਂ ਚੱਲਦੀਆਂ ਰਹੀਆਂ ਤੇ ਪਹਾੜੀ ਰਾਜਿਆਂ ਨੂੰ ਇਹ ਨਿਸ਼ਚਾ ਹੋ ਗਿਆ ਕਿ ਗੁਰੂ ਸਾਹਿਬ ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ, ਤਾਂ ਉਹਨਾਂ ਨੇ ਸੂਬੇ ਸਰਹੰਦ ਕੋਲ ਮਦਦ ਲਈ ਗੁਹਾਰ ਲਗਾਈ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਜਦ ਦੇਖਿਆ ਮੈਂ ਤੁਹਾਨੂੰ ਨਹੀਂ ਜਿੱਤ ਸਕਦਾ ਤਾਂ ਮੈंने ਲੋਕਾਂ ਤੋਂ ਮਦਦ ਲਈ। ਜਿਹੜੇ ਲੋਕ ਸਪਾਰੀ ਖੇਲਣ ਨੇ ਇਹ ਕੰਮ ਹੀ ਅੱਜ ਵੀ ਤੁਸੀਂ ਕਬਜ਼ੇ, ਜਿਹੜਾ ਮਰਜ਼ੀ ਧਰਮ ਦਾ ਬੰਦਾ ਉਹ ਤੁਸੀਂ ਪੈਸੇ ਦਿਓ ਕਬਜ਼ਾ ਕਰਾ ਦੇਣਗੇ, ਕਿਉਂਕਿ ਉਹ ਬੜੇ ਸਪਾਰੀ ਕਿਲਰ ਥੇ ਸੂਬੇ ਸਰਹੰਦ ਵਰਗੇ ਜਿਨ੍ਹਾਂ ਨੇ ਪੈਸੇ ਲਈ ਕੰਮ ਕੀਤਾ। ਤਾਂ ਉਸਨੇ ਪਹਾੜੀ ਰਾਜਾ ਨੇ 20,000 ਰੁਪਇਆ ਖਰਚਾ ਭਰ ਕੇ ਜਫਰਨਾਮਾ ਸਟੀਕ ਪੰਨਾ ਨੰਬਰ 6 ਅੱਛਾ ਤਵਾਰੀ ਗੁਰੂ ਖਾਲਸਾ ਪੰਨਾ ਨੰਬਰ 153 ਦੇ ਇਹ ਦਰਜ ਨੇ। ਮੈਂ ਹਵਾਲੇ ਤਾਂ ਦੇ ਰਿਹਾ, ਲੋਕ ਕਹਿੰਦੇ ਵੀ ਆਪਣੇ ਕੋਲ ਦੱਸ ਰਹੇ ਜੀ 20,000 ਰੁਪਇਆ ਉਸ ਸਮੇਂ ਦਾ, ਅੱਜ ਦਾ 20 ਅਰਬ ਹੋ ਗਿਆ, ਖਰਚਾ ਭਰ ਕੇ ਲੋਹੜੀ ਦੀ ਫੌਜ ਲੈ ਆਂਦੀ। ਇਸ ਤਰ੍ਹਾਂ ਉਸ ਸਮੇਂ ਦੀ ਹੁਕੂਮਤ ਇਹਨਾਂ ਜੰਗਾਂ ਯੁੱਧਾਂ 'ਚ ਰਲ ਗਈ। ਨਹੀਂ ਤਾਂ ਉਸ ਦਾ ਇਸ ਤੋਂ ਪਹਿਲਾਂ ਗੁਰੂ ਸਾਹਿਬ ਨਾਲ ਕੋਈ ਸਿੱਧਾ ਝਗੜਾ ਨਹੀਂ ਸੀ। ਜੀ ਸਮਝੇ ਨਹੀਂ ਗੱਲ? ਇਹ ਵੀ ਉਹ ਫੌਜ ਲੈ ਕੇ ਆਂਦੀ ਗਈ ਜਦ ਕਿ 17 ਲੜਾਈਆਂ ਜਾਂ 11-13 ਲੜਾਈਆਂ ਹੋ ਚੁੱਕੀਆਂ ਸੀ। ਇਸ ਲਈ ਉਹ ਸੂਬਾ ਸਰਹੰਦ ਮਦਦ ਪਰ ਆਇਆ, ਕਿਉਂਕਿ ਸੂਬੇ ਸਰਹੰਦ ਨੂੰ ਪੈਸਾ ਦਿੱਤਾ ਗਿਆ 20,000 ਜਿਹੜਾ ਲਿਖਿਆ ਗਿਆ, ਬਾਕੀ ਅੰਡਰ ਟੇਬਲ ਕਿੰਨਾ ਦਿੱਤਾ ਗਿਆ ਉਹਦੇ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਜੀ ਜੀ ਜੇਕਰ ਤੁਹਾਡੀ ਗੱਲਬਾਤ ਵੇਖੀ ਜਾਵੇ, ਚਲੋ ਕਿਉਂਕਿ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਲੋਕ ਸੁਣ ਰਹੇ ਨੇ, ਇਸ ਵਕਤ ਬੁੱਧੀਜੀਵੀ ਚਿੰਤਕ ਨੇ ਜਾਂ ਇਤਿਹਾਸਕਾਰ ਨੇ, ਉਹ ਤੁਹਾਡੀ ਗੱਲਬਾਤ ਨੂੰ ਸੁਣ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਬਤ ਗੱਲਬਾਤ ਹੋਵੇਗੀ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਦੇ ਬਾਬਤ, ਕਿਉਂਕਿ ਹਰ ਇੱਕ ਦੇ ਕੋਲ ਜਾਣਕਾਰੀ ਭਰਪੂਰ ਹੈ, ਪਰ ਜਿਸ ਤਰ੍ਹਾਂ ਦੀ ਵੀ ਜਾਣਕਾਰੀ ਨਵੀਂ ਨਿਕਲ ਕੇ ਸਾਹਮਣੇ ਆਵੇਗੀ ਤਾਂ ਜਿੱਥੇ ਅਖਬਾਰ, ਪ੍ਰਿੰਟ ਮੀਡੀਆ ਜਾਂ ਇਸ ਤੋਂ ਇਲਾਵਾ ਇਲੈਕਟ੍ਰੋਨਿਕ ਮੀਡੀਆ ਜਾਂ ਫਿਰ ਸੋਸ਼ਲ ਮੀਡੀਆ, ਤਾਂ ਇਹ ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਹਰ ਗੱਲ ਨੂੰ ਧਿਆਨ ਨਾਲ ਆਪਣੇ ਲੋਕਾਂ ਦੇ ਵਿੱਚ ਲੈ ਕੇ ਜਾਣਾ। ਤੁਸੀਂ ਗੱਲ ਕੀਤੀ ਇੱਥੇ, ਹਾਂਜੀ ਪਹਿਲਾਂ ਇੱਕ ਤੁਹਾਨੂੰ ਇੱਕ ਸਵਾਲ ਹੈ ਇਸ ਦੇ ਨਾਲ ਪਹਿਲਾਂ ਕਿ ਜਿਹੜੇ 22 ਧਾਰ ਦੇ ਰਾਜੇ ਸਨ, ਪਹਾੜੀ ਰਾਜੇ ਸਨ, ਉਹਨਾਂ ਦੇ ਜੇ ਉਹ ਦੋਸ਼ੀ ਨੇ ਤਾਂ ਜਿਸ ਵਕਤ ਸਾਹਿਬਜ਼ਾਦਿਆਂ ਨੂੰ ਸਜ਼ਾ ਸੁਣਾਈ ਗਈ ਉਸ ਵਕਤ ਜਿਹਨੇ ਫਤਵਾ ਸੁਣਾਇਆ ਮੁਸਲਿਮ ਜਿਹੜਾ ਕਾਜ਼ੀ ਸੀ, ਤਾਂ ਉਸ ਨੂੰ ਨਹੀਂ ਤਰਸ ਆਇਆ, ਉਸ ਨੇ ਨਹੀਂ ਸੋਚਿਆ ਹੈਗਾ ਕਿ ਮੈਂ ਕਿਸ ਤਰ੍ਹਾਂ ਦਾ ਗੁਨਾਹ ਕਰ ਰਿਹਾ। ਮੈਂ ਤੁਹਾਨੂੰ ਦੱਸਦਾ, ਮੇਰੇ ਪਹਿਲੇ ਸਵਾਲ ਦਾ ਥੋੜਾ ਜਵਾਬ ਰਹਿ ਗਿਆ ਥੋੜਾ ਜਿਹਾ। ਦੇਖੋ ਬਿਲਕੁਲ ਸੂਬੇ ਸਰਹੰਦ ਦੇ ਰਾਜ 'ਚ ਕੰਮ ਹੋਇਆ, ਉਹਨੇ ਕਰਵਾਇਆ ਇਹ ਜੀ, ਲੇਕਿਨ ਗੁਰਬਾਣੀ ਇਹ ਕਹਿੰਦੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ 5ਵਾਂ ਅੰਗ 407, ਐਕਰ ਕਰੇ ਸੋ ਐਕਰ ਪਾਏ, ਕੋਈ ਨਾ ਪਕੜੀ ਕਿਸੇ ਥਾਏ। ਕਿਸੇ ਇੱਕ ਦੇ ਕੀਤੇ ਦੋਸ਼ 'ਚ ਦੂਜੇ ਨੂੰ ਫੜਨਾ ਕੋਈ ਯੋਗ ਤੇ ਚੰਗੀ ਗੱਲ ਨਹੀਂ ਹੈ। ਜਿਸ ਦਾ ਦੋਸ਼ ਹੋਵੇ ਉਸੇ ਨੂੰ ਸਜ਼ਾ ਦਿੱਤੀ ਜਾਵੇ, ਕਿਉਂਕਿ ਕਰੇ ਕੋਈ ਭਰੇ ਕੋਈ, ਇਹ ਗੱਲ ਨਿਆਂਪੂਰਵਕ ਨਹੀਂ ਕਹੀ ਜਾ ਸਕਦੀ। ਸੂਬਾ ਸਰਹੰਦ ਨੇ ਅਗਰ ਜ਼ੁਲਮ ਕੀਤਾ ਤਾਂ ਜ਼ਾਲਮ ਹੈ, ਉਸ ਦੇ ਜ਼ੁਲਮ ਨੂੰ ਮੁਸਲਮਾਨਾਂ ਨਾਲ ਜਾਂ ਇਸਲਾਮ ਕੌਮ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਕਿਉਂਕਿ ਮੈਂ ਉਹਦੀ ਉਦਾਹਰਨ ਦਿੰਦਾ, 47 ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਜਿਹੜਾ ਪੰਜਾਬ ਆ ਸਾਡਾ ਅਜੋਕਾ ਪੰਜਾਬ 'ਚ ਲਗਾਤਾਰ ਸਿੱਖ ਧਰਮ ਨਾਲ ਸੰਬੰਧਿਤ ਸੱਜਣ ਹੀ ਇੱਥੇ ਦਾ ਮੁੱਖ ਮੰਤਰੀ ਬਣਦਾ ਆ ਰਿਹਾ ਹੈ, ਚਾਹੇ ਕਿਸੇ ਪਾਰਟੀ ਦੇ। ਪਰ ਉਸਦੇ ਰਾਜ ਵਿੱਚ ਕਿੰਨੇ ਵਾਰੀ ਸਿੱਖਾਂ ਤੇ ਜ਼ੁਲਮ ਹੋਇਆ। ਗੁਰਦੁਆਰਾ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ, ਸੂਬੇ ਦਾ ਸਿੱਖ ਮੁੱਖ ਮੰਤਰੀ ਸਿੱਖ ਧਰਮ ਨਾਲ ਸੰਬੰਧਿਤ, ਸੂਬੇ ਦੀ ਪੁਲਿਸ ਸਿੱਖ ਧਰਮ ਨਾਲ ਸੰਬੰਧਿਤ, ਬਿਊਰੋਕਰੇਟ ਆਫੀਸਰ ਸਿੱਖ ਧਰਮ ਨਾਲ ਸੰਬੰਧਿਤ। ਕੀ ਹੁਣ ਤੁਸੀਂ ਇਸ ਜ਼ੁਲਮ ਨੂੰ, ਇਸ ਵਧੀਕੀ ਨੂੰ ਸਿੱਖ ਧਰਮ ਜਾਂ ਸਿੱਖ ਕੌਮ ਨਾਲ ਜੋੜ ਸਕਦੇ ਹੋ? ਨਹੀਂ ਜੋੜ ਸਕਦੇ, ਠੀਕ ਹੈ ਨੀ। ਭਾਵੇਂ ਸੂਬੇ ਦਾ ਮੁੱਖ ਮੰਤਰੀ ਸਿੱਖ ਧਰਮ ਨਾਲ ਸੰਬੰਧਿਤ ਹੁੰਦਾ ਹੈ, ਇਸੇ ਤਰ੍ਹਾਂ ਹੀ ਕਿਸੇ ਵੀ ਮੁਗਲ ਜਾਂ ਹਾਕਮ ਦੇ ਕੀਤੇ ਜ਼ੁਲਮ ਜਾਂ ਵਧੀਕੀ ਨੂੰ ਇਸਲਾਮ ਜਾਂ ਮੁਸਲਮਾਨ ਕੌਮ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਪਹਿਲੀ ਗੱਲ ਇਹ। ਇਸ ਲਈ ਅਗਰ ਸੂਬੇ ਸਰਹੰਦ ਨੇ ਕੋਈ ਜ਼ੁਲਮ ਕੀਤਾ ਤਾਂ ਉਹ ਜ਼ਾਲਮ ਹੈ। ਤੇ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ, ਹੁਣ ਸਵਾਲ ਕੀਤਾ ਹੈ ਵੀ ਉਸ ਕਾਜ਼ੀ ਨੇ ਫੈਸਲਾ ਸੁਣਾਇਆ, ਇਹ ਜਵਾਬ ਹੀ ਗਲਤ ਹੈ। ਇਹੀ ਕਿਤਾਬ ਹੈ ਜਿਹੜੀ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ, ਪੰਨਾ ਨੰਬਰ 33, 34, 35 ਦੇ ਭਾਈ ਇੰਦਰ ਸਿੰਘ ਭਲੇ ਲਿਖਦੇ ਨੇ ਵੀ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਕਾਜ਼ੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਕਿਉਂਕਿ ਅੱਜ ਵੀ ਪ੍ਰਧਾਨ ਮੰਤਰੀ ਸਜ਼ਾ ਨਹੀਂ ਦੇ ਸਕਦਾ ਮੁਜਰਮ ਨੂੰ, ਕੋਰਟ ਹੀ ਦਿੰਦੀ ਹੈ, ਜੱਜ ਹੀ ਦਿੰਦਾ ਹੈ। ਉਸ ਵੇਲੇ ਜੱਜ ਕਾਜ਼ੀ ਹੁੰਦਾ, ਕਾਜ਼ੀ ਹੁੰਦਾ ਜੱਜ। ਤਾਂ ਮੈਂ ਉਹਨਾਂ ਦੇ ਸ਼ਬਦ ਕੋਡ ਕਰਦਾ ਜੋ ਭਾਈ ਇੰਦਰ ਸਿੰਘ ਭਲੇ ਲਿਖੇ ਨੇ। ਸੂਬੇ ਸਰਹੰਦ ਨੇ ਕਿਹਾ ਕਾਜ਼ੀ ਸਾਹਿਬ ਨੂੰ ਵੀ ਇਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਅ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ, ਜੇ ਤੁਸੀਂ ਗੱਲ ਕੀਤੀ ਹੈ। ਤਾਂ ਕਾਜ਼ੀ ਸਾਹਿਬ ਦਾ ਜਵਾਬ ਇਹ ਸੀ, ਹਜ਼ੂਰ ਇੰਨੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜੁਰਮ ਵੀ ਹੈ ਨਹੀਂ, ਇਸਲਾਮੀ ਸ਼ਰਅ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ। ਇੰਨੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜੁਰਮ ਵੀ ਹੈ ਨਹੀਂ, ਇਸਲਾਮੀ ਸ਼ਰਅ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ। ਇਸਲਾਮੀ ਸ਼ਰਅ 'ਚ ਸਜ਼ਾ ਹੈ ਹੀ ਨਹੀਂ, ਪਰ ਦਿੱਤੀ ਕਿਵੇਂ ਜਾ ਸਕਦੀ ਹੈ? ਇਸ ਤੋਂ ਬਾਅਦ ਜਦ ਸੂਬੇ ਸਰਹੰਦ ਨੇ ਦੇਖਿਆ, ਕਿਉਂਕਿ ਸੂਬੇ ਸਰਹੰਦ ਜਿਹੜਾ ਸੀਗਾ ਉਹ
ਉਹਨੂੰ ਪੈਸੇ ਦੇ ਕੇ ਜਿਵੇਂ ਪਹਾੜੀ ਰਾਜੇ ਨੇ ਖਰੀਦ ਲਿਆ ਸੀ ਤੇ ਉਹਦਾ ਜਿਹੜਾ ਖਾਸ ਸਲਾਹਕਾਰ ਸੀ ਦੀਵਾਨ ਸੁੱਚਾਨੰਦ ਵਜ਼ੀਰ ਵੀ ਥਾ, ਉਹ ਪਹਾੜੀ ਰਾਜਿਆਂ ਦਾ ਦਰ ਪਰ ਦਾ ਆਲਾਕਾਰ ਸੀ, ਉਹਨਾਂ ਦਾ ਖਾਸ ਬੰਦਾ ਸੀ। ਰਾਜੇ ਜਿਹੜੇ ਹੁੰਦੇ ਨੇ ਇਹ ਆਪਣੇ ਸਲਾਹਕਾਰਾਂ ਪਰ ਚੱਲਦੇ ਹੁੰਦੇ ਨੇ, ਅੱਜ ਵੀ ਆਪਾਂ ਦੇਖਦੇ ਹਾਂ। ਤਾਂ ਸੂਬੇ ਸਰਹੰਦ ਨੇ ਉਸ ਵੇਲੇ ਜਿਹੜੀ ਕਚਹਿਰੀ ਉਹਦੀ ਮੌਜੂਦ ਸੀ ਨਵਾਬ ਮਲੇਰਕੋਟਲਾ, ਸ਼ੇਰ ਮੁਹੰਮਦ ਖਾਨ ਨੂੰ ਕਿਹਾ ਵੀ ਗੁਰੂ ਸਾਹਿਬ ਨੇ ਤੇਰੇ ਭਰਾ ਨੂੰ ਨਾਹਰ ਖਾਨ ਨੂੰ ਕਤਲ ਕੀਤਾ, ਤੂੰ ਆਪਣੇ ਬਾਪ ਭਾਈ ਦਾ ਬਦਲਾ ਲੈ ਲੈ। ਤਾਂ ਨਵਾਬ ਮਲੇਰਕੋਟਲਾ ਨੇ ਕਿਹਾ नहीं, बदला ही लेना होगा तो लेंगे बाप से, महफूज रखे खुदा हमें ऐसे पाप से। अल्लाह रेखा ने लिखे भी मेरी लड़ाई अगर है मेरे पिता तो लूँगा, जंग के मैदान च लूँगा, ये मासूम बच्चे ने, क्योंकि इस्लाम के धर्म अनुसार 7 और 9 साल का बच्चा मासूम है ਜਿਹਦੇ ਪਰ ਕੋਈ ਸ਼ਰਅ ਲਾਗੂ ਨਹੀਂ ਹੁੰਦੀ। ਅਸੀਂ ਬੱਚੇ ਨੂੰ ਨਮਾਜ਼ ਪੜ੍ਹਨ ਵੀ 13 ਸਾਲ ਨੂੰ ਕਹਿੰਦੇ ਆ, ਜਦੋਂ ਬਾਲਗ ਹੋ ਜਾਂਦਾ ਕੋਈ ਸ਼ਰਅ ਲਾਗੂ ਨਹੀਂ ਹੁੰਦੀ, ਠੀਕ ਹੈ ਨੀ। 7-9 ਸਾਲ ਬੱਚੇ ਬਹੁਤ ਮਾਸੂਮ ਥੇ, ਮਾਸੂਮ ਉਹਨੂੰ ਕਿਹਾ ਜਾਂਦਾ ਜਿਹਦੇ ਪਰ ਕੋਈ ਸ਼ਰਅ ਲਾਗੂ ਨਹੀਂ ਹੁੰਦੀ। ਤੇ ਇਸ ਲਈ ਮੇਰੀ ਲੜਾਈ ਤਾਂ ਨਾਲ ਹੈ ਹੀ ਨਹੀਂ, ਤਾਂ ਮਾਸੂਮ ਬੱਚੇ ਨੇ। ਹੁਣ ਜਦ ਕੋਰਟ ਦਾ ਇਹ ਫੈਸਲਾ ਵੱਡਾ ਹੋਣਾ ਹੀ ਦਾ, ਜਾਂ ਉਹਨਾਂ ਕੋਲ ਉਜ਼ਰ ਨਹੀਂ ਦਾ ਸਾਹਿਬਜ਼ਾਦੇ ਨੂੰ ਦੇਣ ਦਾ, ਸਜ਼ਾ ਦੇਣ ਦਾ, ਤਾਂ ਇਹ ਪੂਰਾ ਹੋ ਚੁੱਕਿਆ ਸੀ ਵੀ ਇਹਨੂੰ ਛੱਡਿਆ ਜਾਊਗਾ। ਤਾਂ ਉਸ ਵੇਲੇ ਬਾਜ਼ੀ ਹੱਥੋਂ ਜਾਂਦੀ ਵੇਖ ਕੇ ਦੀਵਾਨ ਸੁੱਚਾਨੰਦ ਨੇ, ਜਿਹੜਾ ਕਿ ਦੱਸਿਆ ਸੀ ਪਹਿਲਾਂ ਮੈਨੇ, ਪਹਾੜੀ ਰਾਜਿਆਂ ਦਾ ਆਲਾਕਾਰ ਸੀ, ਉਹਨੇ ਸੂਬੇ ਸਰਹੰਦ ਨੂੰ ਇਹ ਕਿਹਾ ਕਿ ਹਜ਼ੂਰ ਸੱਪ ਦੇ ਬੱਚੇ ਸਪੋਲੀਏ ਹੁੰਦੇ ਨੇ, ਇਹ ਬੜੇ ਹੋ ਕੇ ਸੱਪ ਬਣਨਗੇ ਤੇ ਨੁਕਸਾਨ ਵੱਡਾ ਨੁਕਸਾਨ ਪਹੁੰਚਾਉਣਗੇ, ਇਸ ਲਈ ਇਹਨਾਂ ਨੂੰ ਹੁਣੇ ਹੀ ਖਤਮ ਕਰ ਦੇਣਾ ਚਾਹੀਦਾ। ਜਦ ਸੂਬੇ ਦੀਵਾਨ ਸੁੱਚਾਨੰਦ ਦੇ ਭੜਕਾਉਣ ਤੇ ਬਾਰ-ਬਾਰ ਸੂਬਾ ਸਰਹੰਦ ਸਜ਼ਾ ਦੇਣ ਲਈ ਤਿਆਰ ਹੋ ਗਿਆ, ਤਾਂ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਕਿ ਸੂਬਿਆ ਤੇਰੀ ਲੜਾਈ ਤੇਰਾਂ ਦੇ ਪਿਤਾ ਨਾਲ ਹੈ, ਇਹਨਾਂ ਮਾਸੂਮ ਬੱਚਿਆਂ ਨੇ ਤੇਰਾ ਕੀ ਵਿਗਾੜਿਆ? ਅਗਰ ਤੂੰ ਇਹਨਾਂ ਪਰ ਜ਼ੁਲਮ ਕਰਦਾ ਹੈ ਤਾਂ ਯਾਦ ਰੱਖ, ਜਿੱਥੇ ਮਾਸੂਮਾਂ ਤੇ ਜ਼ੁਲਮ ਹੁੰਦਾ, ਦੇਖੋ ਬਾਰ-ਬਾਰ ਕਹਿੰਦਾ ਮਾਸੂਮਾਂ ਪਰ ਤਾਂ ਸਜ਼ਾ ਹੀ ਨਹੀਂ ਕੋਈ, ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ ਹੈ। ਇਹ ਕਹਿੰਦਾ ਹੋਇਆ ਉਹ ਸੂਬੇ ਸਰਹੰਦ ਦੀ ਜਿਹੜੀ ਕੋਰਟ ਸੀ ਉਹਨੂੰ ਵਾਕਆਊਟ ਕਰ ਗਿਆ ਸੀ। ਤੇ ਮੰਨ ਲਿਆ ਜਾਵੇ ਵੀ ਚਲੋ ਉਹ ਉੱਥੋਂ ਬਾਹਰ ਚਲੇ ਗਏ, ਅਦਾਲਤ ਦੇ ਵਿੱਚੋਂ ਕਹਿ ਲਈਏ ਤਾਂ ਉਹਦੇ ਹੁਕਮਾਦੂਲੀ ਕੀਤੀ ਉਹਨਾਂ ਨੇ ਸੂਬਾ ਸਰਹੰਦ ਦੀ, ਤਾਂ ਫਿਰ ਉਸ ਕਾਜੀ ਨਾਲ ਨਹੀਂ ਕੁਝ ਹੋਇਆ? ਜਾਂ ਤੁਸੀਂ ਕੋਈ ਪੁਰਾਣਾ ਜਿਹੜਾ ਸਿੱਖ ਇਤਿਹਾਸ ਨਾਲ, ਸਿੱਖ ਗੁਰੂ ਸਾਹਿਬਾਨਾਂ ਦੇ ਉਸ ਕਾਲ ਦੇ ਦੌਰਾਨ ਕੋਈ, ਚਾਹੇ ਉਹ ਮੁਸਲਮਾਨ ਦਾ ਇਤਿਹਾਸ ਲਿਖਿਆ ਹੋਵੇ, ਚਾਹੇ ਕਿਸੇ ਹਿੰਦੂ ਨੇ ਲੇਖਕ ਨੇ ਲਿਖਿਆ ਹੋਵੇ, ਜਾਂ ਕਿਸੇ ਵੀ ਹੋਰ ਨੇ, ਤੁਸੀਂ ਉਹਨਾਂ ਨੂੰ ਉਸ ਵਕਤ ਦੀਆਂ ਘਟਨਾਵਾਂ ਨੂੰ ਕਦੀ ਮਿਲਾ ਕੇ ਵੇਖਿਆ? ਦੇਖੋ ਮੈਂ ਤਾਂ ਕਿਸੇ ਮੁਸਲਮਾਨ ਦਾ ਹਵਾਲਾ ਦਿੰਦਾ ਹੀ ਨਹੀਂ ਹੈਗਾ, ਕਿਉਂਕਿ ਮੇਰੇ ਪਰ ਕਿਹਾ ਜਾਂਦਾ ਵੀ ਇਹ ਡਿਫੈਂਡ ਕਰਦਾ ਹੈ ਮੁਸਲਮਾਨਾਂ ਨੂੰ, ਇਸਲਾਮ ਨੂੰ, ਕਿਉਂਕਿ ਜੇ ਬੰਦਾ ਅਸੀਂ ਇਨਸਾਫ ਦੀ ਕੁਰਸੀ ਤੇ ਬੈਠਦੇ ਆ ਨਾ, ਫਿਰ ਸਾਨੂੰ ਧਰਮ ਨਹੀਂ ਦੇਖਿਆ ਜਾਂਦਾ ਹੁੰਦਾ। ਔਰ ਇਸਲਾਮ ਇਹ ਕਹਿੰਦਾ ਹੈ ਵੀ ਤੁਹਾਨੂੰ ਕਿਸੇ ਦੀ ਦੁਸ਼ਮਣੀ ਇਨਸਾਫ ਕਰਨ ਤੋਂ ਰੋਕ ਦੇਵੇ। ਜਦ ਇਨਸਾਫ ਦੀ ਗੱਲ ਤਾਂ ਇਨਸਾਫ ਹੀ ਕਰਨਾ ਚਾਹੀਦਾ। ਮੈਂ ਤਾਂ ਤੁਹਾਨੂੰ ਦੱਸਦਾ, ਮੈਂ ਸਿੱਖ ਵਿਦਵਾਨ ਦਾ ਹਵਾਲਾ ਦੇ ਰਿਹਾ, ਉਹਨਾਂ ਨੇ ਲਿਖਿਆ ਵੀ ਕਾਜ਼ੀ ਨੇ ਤਾਂ ਇਹ ਫੈਸਲਾ ਦਿੱਤਾ ਸੀ ਕਿ ਇੰਨੇ ਮਾਸੂਮ ਬੱਚਿਆਂ ਲਈ ਇਸਲਾਮੀ ਸ਼ਰਅ ਸਜ਼ਾ ਹੈ ਹੀ ਨਹੀਂ। ਅਗਰ ਕਾਜ਼ੀ साहबजादों के खिलाफ फतवा दिंदा तो मुजरम था, क्योंकि काजी अथॉरिटी नहीं है, कोई मौलवी अथॉरिटी नहीं है, अथॉरिटी है कुरान शरीफ और हदीस। देखो उदाहरण दे दिंदा, आपां इंडिया च रहने आ, अपने लिए जिहड़ा हिंदुस्तान दा संविधान है, कॉन्स्टिट्यूशन है, वो अथॉरिटी है। जिहड़ा बंदा इस कानून की संविधान की पालना करता अच्छा नागरिक है, जिहड़ा तोड़दा मुजरम है। इसी तरह इस्लाम का संविधान है, कॉन्स्टिट्यूशन है, कुरान और हदीस, जिहड़े दी सिक्ख्यावां नूं पालना करदा है वो सच्चा मुसलमान है। जो तोड़दा मुजरम है, चाहे काजी दा बाप है, ठीक है नहीं। इसलिए अगर काजी फैसला दिंदा तो मुजरम कहलाउंदा, ठीक है नहीं। काजी ने फैसला यही दिता जो मैं तुहानूं दस्सिया, सिख विद्वान दे अनुसार दस्सिया। फिर जिहड़े सूबे सरहंद जिहड़े हाकम हुंदे ने, ये फिर तोड़ मरोड़ के अपने अपने जिहड़े मफाद हो कराउंदे ने। जी, ਤੁਹਾਡਾ ਕਹਿਣ ਤੋਂ ਭਾਵ ਹੈ ਕਿ ਲੋਕ ਜਿਹੜੇ ਨੇ ਉਹ ਸਾਰੇ ਹਰ ਧਰਮ ਦੇ ਇਕਜੁੱਟ ਰਹਿਣਾ ਚਾਹੁੰਦੇ ਨੇ, ਜਦੋਂ ਵੀ ਪ੍ਰਭਾਵਿਤ ਕਰਦੀ ਰਾਜਨੀਤਿਕ ਲੋਕ ਹੀ ਇਸ ਪਾਸੇ ਮਤਲਬ ਗਲਤ ਜਾਂ ਠੀਕ ਕਰਾਉਂਦੇ ਨੇ। ਤੁਸੀਂ ਸਿੱਖ ਮੁਸਲਿਮ ਸੰਸਥਾ ਚਲਾਉਂਦੇ ਹੋ, ਕਿ ਸਿੱਖਾਂ ਤੋਂ ਇਲਾਵਾ ਹਿੰਦੂਆਂ ਨਾਲ ਵੀ ਇਹ ਸੰਸਥਾ ਭਾਈਚਾਰਕ ਸਾਂਝ ਨੂੰ ਅੱਗੇ ਵਧਾਉਣ ਲਈ ਕੋਈ ਕਾਰਜ ਕਰਦੀ ਹੈ? ਦੇਖੋ ਇਸਲਾਮ ਦੀ ਇਹ ਸਿੱਖਿਆ ਹੈ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦਾ ਫਰਮਾਨ ਹੈ ਸਾਹਿਬ ਦਾ, ਸਾਰੀ ਜਿਹੜੀ ਮਖਲੂਕ ਹੈ, ਲੁਕਾਈ ਹੈ ਇਨਸਾਨੀ, ਇਹ ਰੱਬ ਦਾ ਪਰਿਵਾਰ ਹੈ ਜੀ। ਹੁਣ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ, ਕਿਸੇ ਕੌਮ ਨਾਲ, ਕਿਸੇ ਵੀ ਇਲਾਕੇ ਨਾਲ, ਉਹ ਰੱਬ ਦਾ ਪਰਿਵਾਰ ਦਾ ਮੈਂਬਰ ਹੋਇਆ ਨਾ। ਤਾਂ ਹੁਣ ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਵੀ ਇੱਕ ਮੁਸਲਮਾਨ ਜਿਸ ਰੱਬ ਦੀ ਇਬਾਦਤ, ਪੂਜਾ ਪਾਠ, ਬੰਦਗੀ ਕਰਦਾ ਹੈ, ਉਸੇ ਰੱਬ ਦੇ ਪਰਿਵਾਰ ਦੇ ਮੈਂਬਰ ਉਹਦੇ ਲਈ ਕਿੰਨੇ ਸਤਿਕਾਰਤ ਹੋਣੇ ਚਾਹੀਦੇ। ਸਾਨੂੰ ਇਸ ਵਾਸਤੇ ਕੋਈ ਫਰਕ ਨਹੀਂ ਲੱਗਦਾ, ਕਿਉਂਕਿ ਸਾਰੇ ਇੱਕ ਰੱਬ ਦੇ ਬੰਦੇ ਨੇ। ਔਰ ਕੁਰਾਨ ਨੇ ਕਿਹਾ ਹੈ, ਉਹਦਾ ਚੈਪਟਰ ਅਲ ਹੁਜਰਾਤ, ਉਹਦੀ ਆਇਤ ਨੰਬਰ 13, ਯਾ ਅਯੁਹਨ ਨਾਸੁ ਇੰਨਾ ਖਲਕਨਾकुम ਮਿਨ ज़करिन व उनसा। हे ਲੋਕੋ, हे ਇਨਸਾਨੋ, ਮੁਸਲਮਾਨਾਂ ਨੂੰ ਨਹੀਂ ਕਿਹਾ, ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਆਦਮੀ ਅਤੇ ਇੱਕ ਔਰਤ ਤੋਂ ਪੈਦਾ ਕੀਤਾ ਹੈ। ਦੂਜੇ ਸ਼ਬਦਾਂ ਵਿੱਚ ਸਾਡੇ ਸਾਰਿਆਂ ਦੇ ਜਿਹੜੇ ਮੁੱਢਲੇ ਮਾਂ-ਬਾਪ ਤੋਂ ਇੱਕ ਸੀ, ਤੇ ਇਸ ਲਈ ਅਸੀਂ ਭਰਾ। ਹੁਣ ਜੇ ਸਾਡਾ ਪੈਦਾ ਕਰਨ ਵਾਲਾ ਇੱਕ ਹੈ, ਸਾਡੇ ਮੁੱਢਲੇ ਮਾਂ-ਬਾਪ ਇੱਕ ਨੇ, ਸਾਡੀ ਮਨੁੱਖੀ ਬਰਾਦਰੀ ਇੱਕ ਹੈ, ਸਾਡਾ ਲਹੂ ਵੀ ਇੱਕ ਹੈ,
ਤਾਂ ਫਿਰ ਸਾਨੂੰ ਇੱਕ ਹੋ ਕੇ ਮਿਲ ਜੁਲ ਕੇ ਪਿਆਰ ਨਾਲ ਰਹਿਣਾ ਚਾਹੀਦਾ, ਤਾਂ ਹੀ ਸਾਡਾ ਸੱਚਾ ਸਾਹਿਬ, ਸਾਡਾ ਸੱਚਾ ਮਾਲਿਕ ਖੁਸ਼ ਹੋਊਗਾ ਜੀ। ਇਸੇ ਇਹੀ ਦਸਮ ਗੁਰੂ ਸਾਹਿਬ ਦਾ ਫਰਮਾਨ, 10ਵਾਂ ਗ੍ਰੰਥ ਅਕਾਲ ਉਸਤਤ ਅੰਗ 42 ਤੇ, ਜਿਹਨੂੰ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਸਾਹਿਬ ਨੇ ਕਿਹਾ ਜਿਹਨੂੰ ਗੁਰਦੁਆਰਾ ਬਣਾਇਓ ਤਿਨ ਹੀ ਪ੍ਰਭ ਪਾਇਓ, ਮਸੀਤ ਬਣਾਇਓ ਤਿਨ ਹੀ ਪ੍ਰਭ ਪਾਇਓ, ਜੀ। ਮੰਦਿਰ ਬਣਾਇਓ ਤਿਨ, ਜਿਹਨੂੰ ਪ੍ਰੇਮ ਕੀਓ। ਅਗਰ ਰੱਬ ਨੂੰ ਪਾਉਣਾ ਚਾਹੁੰਦੇ ਹੋ ਤਾਂ ਉਹਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ। ਜੀ। ਬਾਕੀ ਰਿਹਾ ਤੁਹਾਡੀ ਜਿਹੜੀ ਇੱਕ ਗੱਲ ਥੋੜੀ ਰਹਿ ਗਈ ਸੀ, ਦੇਖੋ ਮੈਂ ਜਿਵੇਂ ਕਿਹਾ ਵੀ ਇਸਲਾਮ ਕੁਰਾਨ ਸੰਵਿਧਾਨ ਹੈ। ਕੁਰਾਨ 'ਚ ਇੱਕ ਚੈਪਟਰ ਹੈ ਅਲ ਮਾਇਦਾ, ਉਹਦੀ ਆਇਤ ਨੰਬਰ 32 ਹੈ, ਅੰਨਹੁ ਕਤਲ ਨਫਸਮ ਬਿਗੈਰ ਨਫਸਿਨ ਔ ਫਸਾਦਨ ਫਿਲ ਅਰਦੀ ਫਕਾਨ ਨਮਾ ਕਤਲ ਨਸਾ ਜਮੀਆ। ਜਿਸਨੇ ਕਿਸੇ ਨਾਹਕ ਕਿਸੇ ਜਾਨ ਨੂੰ, ਨਿਰਦੋਸ਼ ਕਿਸੇ ਜਾਨ ਨੂੰ ਕਤਲ ਕੀਤਾ, ਉਹਨੇ ਸਾਰੀ ਇਨਸਾਨੀ ਦਾ ਕਤਲ ਕਰਤਾ। ਸਾਹਿਬਜ਼ਾਦੇ ਤਾਂ ਨਿਰਦੋਸ਼ ਥੇ, ਅਗਰ ਉਹਨਾਂ ਨੂੰ ਕਤਲ ਕੀਤਾ ਹੈ ਤਾਂ ਸਾਰੀ ਇਨਸਾਨੀ ਦਾ ਕਾਤਲ ਹੈ। ਇਸਲਾਮ ਤਾਂ ਜਿਹਨੂੰ ਮਾਫੀ ਨਹੀਂ ਕਰਦਾ। ਇਹ ਇਸਲਾਮ ਦੇ ਸਭ ਤੋਂ ਬੜਾ ਪਾਪ ਹੈ ਰੱਬ ਤੋਂ ਇਲਾਵਾ ਕਿਸੇ ਦੀ ਹੋਰ ਦੀ ਪੂਜਾ ਕਰਨਾ। ਉਸ ਤੋਂ ਬਾਅਦ ਜਿਹੜੇ ਵੱਡੇ ਵੱਡੇ ਪਾਪ ਕਹੇ ਗਏ ਨੇ ਇਸਲਾਮ, ਉਹਨਾਂ 'ਚ ਇੱਕ ਪਾਪ ਹੈ ਕਿਸੇ ਨਿਰਦੋਸ਼ ਦਾ ਕਤਲ ਕਰਨਾ। ਤੇ ਹੁਣ ਇਸਲਾਮ ਨੂੰ ਕੀ ਸੋਚੂਗਾ, ਕੀ ਕਹੂਗਾ, ਕਿਉਂਕਿ ਉਹਦਾ ਨਿਰਦੋਸ਼ ਦੇ ਬੱਚੇ ਥੇ। ਇਸਲਾਮੀ ਸਜ਼ਾ 'ਚ ਕੋਈ ਸਜ਼ਾ ਨਹੀਂ ਹੈਗੀ। ਮੈਂ ਅਕਸਰ ਕਹਿਣਾ ਹੁੰਦਾ, ਕਿਉਂਕਿ ਸੂਬੇ ਸਰਹੰਦ ਨੇ ਇਸਲਾਮ ਦੇ ਕਾਨੂੰਨਾਂ ਨੂੰ, ਇਸਲਾਮ ਦੇ ਸੰਵਿਧਾਨ ਨੂੰ, ਕਨਸਟੀਟਿਊਸ਼ਨ ਨੂੰ ਤੋੜ ਕੇ ਹੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾਂ ਹੈ, ਸਿੱਖੀ ਦਾ ਮੁਜਰਮ ਬਾਅਦ 'ਚ ਹੈ। ਸੋ ਦੋਸਤੋ, ਇਹ ਸਨ ਮਾਲੇਰਕੋਟਲਾ ਤੋਂ ਡਾਕਟਰ ਨਸੀਰ ਅਖਤਰ, ਜਿਨ੍ਹਾਂ ਨੇ ਕਿ ਮੁਸਲਿਮ ਸਿੱਖ ਭਾਈਚਾਰਕ ਏਕਤਾ ਸਮੇਲਤਾ ਨੂੰ ਵਧਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੋਇਆ ਹੈ। ਉਹਨਾਂ ਵੱਲੋਂ ਆਰੰਭੇ ਗਏ ਇਹ ਜੋ ਯਤਨ ਨੇ ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਏਕੇ ਦੇ ਵਿੱਚ, ਸਮੇਲਤਾ ਦੇ ਵਿੱਚ ਲੈ ਕੇ ਆਉਣਾ, ਉਹ ਯਤਨ ਅੱਗੇ ਵੀ ਜਾਰੀ ਰਹਿਣਗੇ। ਇਸੇ ਤਰ੍ਹਾਂ ਦੀਆਂ ਹੋਰ ਸ਼ਖਸੀਅਤਾਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ। ਅੱਜ ਦੇ ਲਈ ਇੰਨਾ ਹੀ, ਦਿਓ ਇਜਾਜ਼ਤ। ਹਾਸੇ ਵਾਸੇ ਰਹੋ। ਜ਼ਿੰਦਗੀ ਜ਼ਿੰਦਾਬਾਦ।